हाँ जी स्टूडेंट्स, साडी अगली अप्रोच आ सोशियोलॉजी दी कन्फ्लिक्ट थ्योरी अप्रोच। मतभेद पहुंच भी कहंदे ने इहनूं। कन्फ्लिक्ट मीनस मतभेद। कन्फ्लिक्ट परस्पैक्टिव इज बेस्ड ऑन द राइटिंग्स ऑफ कार्ल मार्क्स, who believe that class conflict is at the foundation of society। ਜਿਹੜੀ मतभेद ਪਰਖੇਪ ਆ ਜਾਂ मतभेद ਪਹੁੰਚ ਆ ਇਹ ਕਿਹਦੇ ਉੱਤੇ ਬੇਸ ਆ? ਕਾਰਲ ਮਾਰਕਸ ਦੀਆਂ ਰਾਈਟਿੰਗਸ ਦੇ ਉੱਤੇ, ਲਿਖਤਾਂ ਦੇ ਉੱਤੇ ਆਧਾਰਿਤ ਆ, ਜਿਹੜਾ ਕਿ ਇਹ ਵਿਸ਼ਵਾਸ ਕਰਦਾ ਸੀ ਕਿ ਸੁਸਾਇਟੀ ਦੇ ਵਿੱਚ ਵਰਗ मतभेद ਹੁੰਦੇ ਨੇ ਜਿਹੜੇ ਸੁਸਾਇਟੀ ਦਾ ਨਿਰਮਾਣ ਕਰਦੇ ਨੇ। Class conflict comes about because people are divided into different class based on their positions in the economic system। ਜਿਹੜੇ ਕਲਾਸ ਦੇ ਕਨਫਲਿਕਟ ਨੇ, ਵਰਗ ਦੇ ਜਿਹੜੇ ਮਤਭੇਦ ਨੇ ਜਾਂ ਲੜਾਈਆਂ ਝਗੜੇ ਨੇ, ਉਹ ਕਿੱਥੋਂ ਆਉਂਦੇ ਨੇ? ਕਿਉਂਕਿ ਲੋਕ ਨੇ ਜਿਹੜੇ ਉਹ ਵੰਡੇ ਹੋਏ ਨੇ ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ, ਅਲੱਗ-ਅਲੱਗ ਕਲਾਸਿਸ ਦੇ ਵਿੱਚ, ਵਰਗਾਂ ਦੇ ਵਿੱਚ। ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਉਹਨਾਂ ਦੇ ਰੁਪਈਆਂ ਪੈਸਿਆਂ ਦੇ ਉੱਤੇ ਨਿਰਭਰ ਕਰਦੀ ਹੈ। ਮਾਡਰਨ ਕਨਫਲਿਕਟ ਥਿਊਰੀ ਵਿਚ ਇਜ਼ ਐਸੋਸੀਏਟਡ ਵਿਦ ਸੱਚ ਸੋਸ਼ਲਿਸਟ ਐਜ ਸੀ ਰਾਈਟ ਮਿਲਸ ਐਂਡ ਲੁਇਸ ਕੌਸਰ ਡਜ਼ਨਟ simply focus as Marx did on class conflict between many other groups and interest as the fact of life in many society। ਜਿਹੜੇ ਮਾਡਰਨ ਕਨਫਲਿਕਟ ਥਿਊਰੀ ਆ ਜਿਹੜੀ ਸੀ ਰਾਈਟ ਮਿਲ ਤੇ ਲੁਇਸ ਕੌਸਰ ਨੇ ਜਿਹਦੀ ਹਮਾਇਤ ਕੀਤੀ ਆ, ਇਹਦਾ ਮਤਲਬ ਸਿੰਪਲ ਤੌਰ ਤੇ ਇਹ ਨਹੀਂ ਹੈਗਾ ਕਿ ਕਲਾਸ ਕਨਫਲਿਕਟ ਨੇ ਜਿਹੜੇ ਉਹ ਸਿਰਫ ਰੁਪਈਆਂ ਪੈਸਿਆਂ ਤੇ ਨੇ। ਇਹਦੇ ਹੋਰ ਵੀ ਕਾਰਨ ਨੇ, ਹੋਰ ਵੀ ਫੈਕਟ ਨੇ ਜਿਨ੍ਹਾਂ ਕਰਕੇ ਸੁਸਾਇਟੀ ਹੈ ਜਿਹੜੀ ਉਹ ਵਰਗਾਂ ਵਿੱਚ ਵੰਡੀ ਹੋਈ ਆ। ਤਾਂ ਇਸ ਤਰ੍ਹਾਂ ਨਾਲ ਅਸੀਂ ਕਨਫਲਿਕਟ ਥਿਊਰੀ ਦਾ ਬੇਸ ਕਰਕੇ, ਇੰਟਰੋਡਕਸ਼ਨ ਕਰਕੇ ਅੱਗੇ ਇਹਦਾ ਮੀਨਿੰਗ ਕਰਾਂਗੇ। The perspective of conflict theory contrary to the structural functionalist perspective। ਜਿਹੜੀ ਕਨਫਲਿਕਟ ਥਿਊਰੀ ਆ ਉਹ ਬਿਲਕੁਲ ਸਟਰਕਚਰਲ ਫੰਕਸ਼ਨਲਿਸਟ ਜਿਹੜੀ ਥਿਊਰੀ ਆ ਉਹਦੇ ਉਲਟ ਕਹਿ ਸਕਦੇ ਹਾਂ ਅਸੀਂ, ਵਿਰੋਧੀ ਜਿਹੜੀ ਆ ਅਪਰੋਚ ਆ। believes that society is full of social groups with different aspirations, different access to life chances and gain different social rewards। ਜਿਵੇਂ ਉਹ ਕਹਿੰਦੇ ਸੀਗੇ ਕਿ ਸੁਸਾਇਟੀ ਹੈ ਜਿਹੜੀ ਉਹ ਇੱਕ ਮਸ਼ੀਨ ਦੀ ਤਰ੍ਹਾਂ ਹੈ, ਬਾਕੀ ਸਾਰੇ ਨੇ ਜਿਹੜੇ ਮਨੁੱਖ ਉਹ ਮਸ਼ੀਨ ਦੇ ਪੁਰਜਿਆਂ ਦੀ ਤਰ੍ਹਾਂ ਕੰਮ ਕਰਦੇ ਨੇ। ਪਰ ਇਹ ਕਹਿੰਦੇ ਨੇ ਕਿ ਸੁਸਾਇਟੀ ਹੈ ਜਿਹੜੀ ਉਹਦੇ ਵਿੱਚ ਬਹੁਤ ਸਾਰੇ ਸੋਸ਼ਲ ਗਰੁੱਪ ਨੇ, ਸਮਾਜਿਕ ਢਾਂਚੇ ਨੇ ਜਾਂ ਸਮਾਜਿਕ ਗਰੁੱਪ ਬਣੇ ਹੋਏ ਨੇ ਜਿਹੜੇ ਕਿ ਅਲੱਗ-ਅਲੱਗ ਆਸਥਾਵਾਂ ਨੂੰ ਲੈ ਕੇ, ਅਲੱਗ-ਅਲੱਗ ਜਿਹੜੇ ਲਾਈਫ ਦੀਆਂ ਜ਼ਰੂਰਤਾਂ ਨੂੰ ਲੈ ਕੇ ਜਾਂ ਅਲੱਗ-ਅਲੱਗ ਇਸ ਤਰ੍ਹਾਂ ਦੇ ਰੁਤਬਿਆਂ ਨੂੰ ਲੈ ਕੇ ਆਪਸ ਦੇ ਵਿੱਚ ਜਿਨ੍ਹਾਂ ਦੇ ਮਤਭੇਦ ਹੁੰਦੇ ਰਹਿੰਦੇ ਨੇ। ਜਿਹੜਾ ਇਹ ਕਹਿੰਦੇ ਕਿ ਇਹਦੇ ਵਿੱਚ ਜਿਹੜੀ ਸੁਸਾਇਟੀ ਹੈ, ਜੇ ਅਸੀਂ ਇਸ ਤਰ੍ਹਾਂ ਨਾਲ ਦੇਖੀਏ ਤਾਂ ਸੁਸਾਇਟੀ ਇਹ ਚੀਜ਼ ਆ ਜਿਹੜੀ ਉਹ ਬੇਸਡ ਕਿਹਦੀ ਹੈ? ਐਕਸਪਲੋਇਟੇਸ਼ਨ ਦੇ ਆ, ਸ਼ੋਸ਼ਣ ਦੇ ਬੇਸ ਆ, ਆਪਰੇਸ਼ਨ, ਡੋਮੀਨੇਸ਼ਨ ਐਂਡ ਸਬਆਰਡੀਨੇਸ਼ਨ। ਜਦੋਂ ਕਿਸੇ ਨੂੰ ਨੀਚ ਜਾਂ ਛੋਟਾ ਦਿਖਾਇਆ ਜਾਂਦਾ ਤਾਂ ਕਨਫਲਿਕਟਸ ਪੈਦਾ ਹੁੰਦੇ ਨੇ ਸੁਸਾਇਟੀ ਦੇ ਵਿੱਚ। ਮੈਕਸ ਵੈਬਰ ਐਂਡ ਕਨਫਲਿਕਟਸ we leave education is controlled by the state। ਮੈਕਸ ਵੇਬਰ ਮੰਨਦਾ ਹੈ ਕਿ ਐਜੂਕੇਸ਼ਨ ਹੈ ਜਿਹੜੀ ਉਹ ਸਟੇਟ ਦੇ ਕੰਟਰੋਲ 'ਚ ਹੋਵੇ, which is controlled by the powerful and its purpose is to reproduce existing inequalities। ਜਿਹੜਾ ਕਿ ਜਿਹੜੀ ਸ਼ਕਤੀਸ਼ਾਲੀ ਹੱਥਾਂ ਦੇ ਵਿੱਚ ਹੋਵੇ, ਇਸ ਦਾ ਉਦੇਸ਼ ਇਨਇਕੁਐਲਿਟੀਜ਼ ਜਿਹੜੀਆਂ ਸਥਿਤ ਨੇ ਉਹਨਾਂ ਨੂੰ ਰੀਪਰੋਡਿਊਸ ਕਰਨਾ, ਐਜ਼ ਵੈਲ ਐਜ਼ ਲੈਜੀਟੀਮਾਈਜ਼ acceptable ideas which only work to reinforce and privileged positions of dominant group।
ਤਾਂ ਮੈਕਸ ਵੈਬਰ ਨੇ ਕਿਹਾ ਹੈ ਕਿ ਜਿਹੜੇ ਸੁਸਾਇਟੀ ਦੇ ਜੋ ਵੀ ਕਨਫਲਿਕਟਸ ਨੇ ਉਹਨਾਂ ਨੂੰ ਦੂਰ ਕਰਦੇ ਹੋਏ ਐਜੂਕੇਸ਼ਨ ਹੈ ਜਿਹੜੀ ਉਹ ਰੋਲ ਅਦਾ ਕਰ ਸਕਦੀ ਹੈ। ਵਿਸ਼ੇਸ਼ਤਾਵਾਂ ਦੇਖਦੇ ਹਾਂ ਅਸੀਂ ਕਨਫਲਿਕਟ ਥਿਊਰੀ ਅਪਰੋਚ ਦੀਆਂ ਮਤਭੇਦ ਪਹੁੰਚਦੀਆਂ ਕੀ ਵਿਸ਼ੇਸ਼ਤਾਵਾਂ ਨੇ। ਪਰਪਸ ਆਫ ਐਜੂਕੇਸ਼ਨ, ਸਿੱਖਿਆ ਦਾ ਮਕਸਦ। ਤਾਂ ਸਿੱਖਿਆ ਦਾ ਮਕਸਦ ਕੀ ਆ? ਸੋਸ਼ਲਾਈਜੇਸ਼ਨ ਕਰਨਾ। ਜਿਹੜੇ ਅਮੀਰ ਵਰਗ ਨੇ ਉਹ ਅਮੀਰ ਹੁੰਦੇ ਜਾਂਦੇ, ਜਿਹੜੇ ਗਰੀਬ ਵਰਗ ਨੇ ਉਹ ਗਰੀਬ ਹੁੰਦੇ ਜਾਂਦੇ ਨੇ। ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਓਪਰਚੁਨਿਟੀ, ਮੌਕਿਆਂ ਦੇ ਬੇਸ ਦੇ ਉੱਤੇ ਪੱਖਪਾਤ ਕਰਨਾ। ਜਿਹੜੀ ਐਜੂਕੇਸ਼ਨ ਆ ਇਹਦੇ ਵਿੱਚ ਰੋਲ ਅਦਾ ਕਰਦੀ ਆ, ਸੁਸਾਇਟੀ ਹੈ ਜਿਹੜੀ ਇਹਦੇ 'ਚ ਰੋਲ ਅਦਾ ਕਰਦੀ ਆ ਕਿ ਜਿਹੜੇ ਮੌਕਿਆਂ ਦੇ ਜਿਹੜੀ ਪਹੁੰਚ ਆ ਉਹ ਸਾਰਿਆਂ ਤੱਕ ਇੱਕੋ ਜਿਹੀ ਨਹੀਂ ਹੁੰਦੀ। ਫਿਰ ਹੈਗਾ ਲੋਅਰ ਕਲਾਸ ਕਿਡਸ ਆਰ ਪਲੇਸਡ ਇਨ ਲੋਅਰ ਟਰੈਕਸ। ਜਿਹੜੇ ਛੋਟੀ ਕਲਾਸ ਦੇ ਬੱਚੇ ਨੇ ਜਾਂ ਛੋਟੇ ਵਰਗ ਦੇ ਬੱਚੇ ਨੇ ਜਾਂ ਗਰੀਬ ਵਰਗ ਦੇ ਬੱਚੇ ਨੇ ਉਹਨਾਂ ਨੂੰ ਗਰੀਬ ਦੇ ਰਸਤੇ ਛੋਟੇ ਰਸਤੇ 'ਤੇ ਹੀ ਰੱਖਿਆ ਜਾਂਦਾ ਹੈ, ਉਹਨਾਂ ਨੂੰ ਵੱਡੇ ਰਸਤੇ 'ਤੇ ਨਹੀਂ ਜਾਣ ਦਿੱਤਾ ਜਾਂਦਾ। ਹੋਰ ਕੀ ਵਿਸ਼ੇਸ਼ਤਾ ਇਹਦੀ? ਐਕਸੈਸ ਟੂ ਐਜੂਕੇਸ਼ਨ, ਸਿੱਖਿਆ ਤੱਕ ਪਹੁੰਚ। ਸਿੱਖਿਆ ਤੱਕ ਪਹੁੰਚ ਆ ਜਿਹੜੀ ਉਹ ਵੀ ਕਨਫਲਿਕਟ ਬੇਸਡ ਆ ਕਿਉਂਕਿ ਸਾਰਿਆਂ ਦੀ ਪਹੁੰਚ ਸਿੱਖਿਆ ਤੱਕ ਨਹੀਂ ਹੁੰਦੀ। ਜੋ ਪੇ ਕਰ ਸਕਦੇ ਨੇ ਜਾਂ ਜੋ ਐਜੂਕੇਸ਼ਨ ਦੇ ਸਕਦੇ ਨੇ ਬੱਚਿਆਂ ਨੂੰ ਸਿਰਫ ਉਹਨਾਂ ਤੱਕ ਹੀ ਪਹੁੰਚਦੀ ਹੈ ਸਿੱਖਿਆ। ਫਿਰ ਹੈ ਸੋਸ਼ਲਾਈਜੇਸ਼ਨ, ਸਮਾਜੀਕਰਨ ਕਰਨਾ। ਤਾਂ ਜਿਹੜਾ ਇਸ ਅਪਰੋਚ ਦੀ ਵਿਸ਼ੇਸ਼ਤਾ ਹੈ ਕਿ ਲੋਕ ਜਿਹੜੇ ਇਹਦੇ ਸੁਸਾਇਟੀ ਦੇ ਮੈਂਬਰਸ ਨੇ ਉਹਨਾਂ ਦਾ ਸੋਸ਼ਲਾਈਜੇਸ਼ਨ ਕਰਨਾ ਹੈ। ਫਿਰ ਹੈਗਾ ਅਲਾਈਨਿੰਗ ਪੀਪਲ ਆਫ ਅਦਰ ਕਲਾਸਿਸ। ਜਿਹੜੇ ਦੂਸਰੀ ਸ਼੍ਰੇਣੀ ਦੇ ਲੋਕ ਨੇ ਇੱਕ ਦੂਜੇ ਨੂੰ ਡੋਮੀਨੇਟ ਕਰਦੇ ਨੇ, ਇੱਕ ਦੂਜੇ ਨੂੰ ਨੀਚਾ ਦਿਖਾਉਂਦੇ ਨੇ। ਇੰਪੈਕਟ ਆਫ ਡੋਮੈਸਟਿਕ ਰਿਸਪੌਂਸਿਬਿਲਿਟੀਜ਼, ਘਰੇਲੂ ਜ਼ਿੰਮੇਵਾਰੀਆਂ ਦਾ ਅਸਰ। ਇਹ ਵੀ ਇਹਦੀ ਵਿਸ਼ੇਸ਼ਤਾ ਹੈ ਕਿਉਂਕਿ ਜਿਹੜਾ ਘਰੇਲੂ ਜ਼ਿੰਮੇਵਾਰੀਆਂ ਜਿਹੜੀਆਂ ਜਿਸ ਵਰਗ ਦੇ ਅਨੁਸਾਰ ਹੋਣਗੀਆਂ ਉਸ ਵਰਗ 'ਤੇ ਉਸੇ ਤਰ੍ਹਾਂ ਦਾ ਪ੍ਰਭਾਵ ਪਾਉਣਗੀਆਂ ਉਹ। ਹਿਡਨ ਸਟਰੈਂਥ ਆਫ ਸਟੂਡੈਂਟਸ, ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਜੋ ਵੀ ਉਹਨਾਂ ਦਾ ਸਟਰੈਂਥਸ ਹੁੰਦੀਆਂ ਨੇ ਉਹ ਛੁਪੀਆਂ ਹੁੰਦੀਆਂ ਨੇ ਕਿਉਂਕਿ ਉਹ ਵਰਗ ਦੇ ਆਲੇ ਦੁਆਲੇ ਘੁੰਮਦੀਆਂ ਨੇ। ਜਿਹੜੇ ਅਮੀਰ ਵਰਗ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਮੌਕੇ ਦਿੱਤੇ ਜਾਂਦੇ ਨੇ, ਜਿਹੜੇ ਗਰੀਬ ਵਰਗ ਦੇ ਲੋਕ ਨੇ, ਬੱਚੇ ਨੇ, ਸਟੂਡੈਂਟ ਨੇ, ਉਹਨਾਂ ਦੀ ਸਟਰੈਂਥ ਨੂੰ ਛੁਪਾਇਆ ਜਾਂਦਾ ਹੈ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਫਿਰ ਹੈ ਨੋ ਰਿਲੇਸ਼ਨ ਬਿਟਵੀਨ ਐਜੂਕੇਸ਼ਨ ਐਂਡ ਫਿਊਚਰ। ਜਿਹੜੀ ਸਿੱਖਿਆ ਹੈ ਕਹਿੰਦੇ ਉਹਦਾ ਫਿਊਚਰ ਨਾਲ ਕੋਈ ਸੰਬੰਧ ਨਹੀਂ ਹੈ। ਸਿੱਖਿਆ ਹੈ ਜਿਹੜੀ ਉਹ ਇੱਕ ਫਾਰਮੈਲਿਟੀ ਬੇਸਡ ਸਿੱਖਿਆ ਹੈ ਕਿਉਂਕਿ ਸੁਸਾਇਟੀ ਦੇ ਅਕੋਰਡਿੰਗ ਨਹੀਂ ਦਿੱਤੀ ਜਾਂਦੀ। ਐਂਟੀ ਸੋਸ਼ਲ ਵੈਲਿਊਜ਼, ਜਿਹੜੀਆਂ ਐਂਟੀ ਸੋਸ਼ਲ ਵੈਲਿਊਜ਼ ਆਉਂਦੀਆਂ ਨੇ ਕਿਉਂਕਿ ਜਦੋਂ ਪੱਖਪਾਤ ਹੁੰਦਾ ਹੈ ਤਾਂ ਜਿਹੜੇ ਬੱਚੇ ਨਾਲ ਜਾਂ ਸਟੂਡੈਂਟ ਨਾਲ ਜਾਂ ਵਿਅਕਤੀ ਨਾਲ ਪੱਖਪਾਤ ਹੁੰਦਾ ਹੈ ਤਾਂ ਉਹ ਸੁਸਾਇਟੀ ਦੇ ਅਗੇਂਸਟ ਹੋ ਜਾਂਦਾ ਹੈ। ਫਿਰ ਹੈ ਲੈਸ ਓਪਰਚੁਨਿਟੀ ਆਫ ਸਕਸੈਸ ਫਾਰ ਪੂਅਰ ਕਿਡਸ। ਜਿਹੜੇ ਗਰੀਬ ਬੱਚੇ ਨੇ ਉਹਨਾਂ ਲਈ ਕਾਮਯਾਬੀ ਦੇ ਰਸਤੇ ਨੇ ਜਿਹੜੇ ਉਹ ਬਹੁਤ ਘੱਟ ਨੇ ਜਾਂ ਉਹਨਾਂ ਨੂੰ ਕਾਮਯਾਬੀ ਦੇ ਮੌਕੇ ਘੱਟ ਮਿਲਦੇ ਨੇ। ਅਵੇਲੇਬਿਲਿਟੀ ਆਫ ਐਜੂਕੇਸ਼ਨ, ਜਿਹੜੀ ਸਿੱਖਿਆ ਹੈ ਅਵੇਲੇਬਲ ਨਹੀਂ ਹੈਗੀ ਸਾਰਿਆਂ ਲਈ, ਤਾਂ ਜੋ ਪੈਸੇ ਦੇਊਗਾ ਉਹੀ ਸਿੱਖਿਆ ਹਾਸਲ ਕਰੂਗਾ। ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੀ ਹਾਲਤ ਇਹੀ ਜਿਹੀ ਨਹੀਂ ਕਿ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਸਕਣ, ਤਾਂ ਇਸ ਤਰ੍ਹਾਂ ਨਾਲ ਜਿਹੜੇ ਵਰਗ ਜਿਹੜਾ ਕਨਫਲਿਕਟ ਆ ਉਹ ਹੋਰ ਵੱਧਦਾ ਜਾਂਦਾ ਹੈ। ਫਿਰ ਡਿਫਰੈਂਸ ਬਿਟਵੀਨ ਦਾ ਪਰਫਾਰਮੈਂਸ ਆਫ ਪੂਅਰ ਐਂਡ ਰਿਚ। ਗਰੀਬ ਤੇ ਅਮੀਰ ਦੀ ਪਰਫਾਰਮੈਂਸ ਵਿੱਚ ਫਰਕ ਬਹੁਤ ਹੋਣਾ ਕਿਉਂਕਿ ਅਮੀਰ ਨੇ ਪਰਫਾਰਮੈਂਸ ਜਿਹੜੀ ਉਹ ਆਪਣੇ ਬੇਸ 'ਤੇ ਕਰਨੀ ਆ ਵੱਧ ਸਿੱਖ ਕੇ, ਅਤੇ ਗਰੀਬ ਨੇ ਜਿਹੜੀ ਆ ਉਹ ਮਜਬੂਰੀਆਂ ਦੇ ਵਸ਼ ਉਸੇ ਤਰ੍ਹਾਂ ਦੀ ਪਰਫਾਰਮੈਂਸ ਕਰੂਗਾ ਕਿਉਂਕਿ ਉਹਦੀਆਂ ਹੋਰ ਵੀ ਜ਼ਰੂਰਤਾਂ ਬਹੁਤ ਹੁੰਦੀਆਂ ਨੇ। ਅੱਗੇ ਹੈਗਾ ਰਿਚਰ ਏਰੀਆ ਮੇ ਰਿਸੀਵ ਮੋਰ ਫੰਡਿੰਗ। ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਜਿਹੜੇ ਕਹਿ ਲਓ ਕਿ ਤੁਸੀਂ ਹਾਈ ਫਾਈ ਸਕੂਲ ਨੇ
ਵੱਧ ਜਿਹੜੇ ਸਹੂਲਤਾਂ ਦੇਣ ਵਾਲੇ ਸਕੂਲ ਨੇ ਉਹਨਾਂ ਦੀ ਫੰਡਿੰਗ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ। ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਫੰਡ ਘੱਟ ਮਿਲਦੇ ਨੇ। ਤਾਂ ਜਿਹੜੇ ਬਾਕੀ NGO ਗਰੁੱਪ ਨੇ ਜਿਹੜੇ ਉਹ ਵੀ ਜਿਹੜੇ ਵਧੀਆ ਸਕੂਲ ਨੇ ਉਹਨਾਂ ਨੂੰ ਫੰਡ ਦੇ ਕੇ ਰਾਜ਼ੀ ਹੁੰਦੇ ਨੇ। ਫਿਰ ਹੈ ਅਨਈਕੁਅਲ ਡਿਸਪਲਿਨਰੀ ਐਕਸ਼ਨ। ਤਾਂ ਹਰੇਕ ਜਗ੍ਹਾ 'ਤੇ ਜਿਹੜੀ ਆ ਉਹ ਅਸਮਾਨਤਾ ਹੁੰਦੀ ਆ। ਕੋਈ ਵੀ ਅਨੁਸ਼ਾਸਿਤ ਜਿਹੜਾ ਕਦਮ ਆ ਉਹ ਨਹੀਂ ਚੁੱਕਿਆ ਜਾਂਦਾ ਸਹੀ ਢੰਗ ਨਾਲ। ਇਸ ਲਈ ਵੀ ਸੁਸਾਇਟੀ ਦੇ ਵਿੱਚ ਕਨਫਲਿਕਟਸ ਪੈਦਾ ਹੁੰਦੇ ਨੇ। ਨੋ ਆਬਸਟੈਕਲਸ ਫੇਸ ਬਾਏ ਫਾਰਚੂਨੇਟ ਪੀਪਲ। ਅਮੀਰ ਲੋਕ ਨੇ ਜਿਹੜੇ ਅਮੀਰ ਲੋਕਾਂ ਦੇ ਬੱਚੇ ਨੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਆਸਾਨੀ ਨਾਲ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੰਜ਼ਿਲਾਂ ਨੇ ਉਹ ਮਿਲ ਜਾਂਦੀਆਂ ਨੇ। ਫਿਰ ਹੈ ਬਿਲੀਵਸ ਟੂਵਰਡਸ ਪਬਲਿਕ ਸਕੂਲਸ। ਜਿਹੜੇ ਪਬਲਿਕ ਸਕੂਲ ਨੇ ਉਹਨਾਂ ਪ੍ਰਤੀ ਵਿਸ਼ਵਾਸ ਆ ਜਿਹੜਾ ਉਹ, ਕਿਉਂਕਿ ਜਿਹੜੇ ਪਬਲਿਕ ਸਕੂਲਸ ਨੇ ਉਹ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਉਸ ਢੰਗ ਨਾਲ ਹੀ ਤਿਆਰ ਕਰਦੇ ਨੇ ਜਿਸ ਤਰ੍ਹਾਂ ਦੀ ਉਹ ਫੀਸ ਦਿੰਦੇ ਨੇ। ਫਿਰ ਹੈ ਐਜੂਕੇਸ਼ਨ ਇਜ਼ ਕਲੋਜ਼ਲੀ ਲਿੰਕਡ ਟੂ ਸੋਸ਼ਲ ਕਲਾਸ। ਸਿੱਖਿਆ ਪੂਰੀ ਤਰ੍ਹਾਂ ਨਾਲ ਜਿਹੜੀ ਆ ਸੋਸ਼ਲ ਕਲਾਸ ਦੇ ਨਾਲ ਲਿੰਕ ਹੁੰਦੀ ਆ। ਤਾਂ ਗਰੀਬਾਂ ਦੀ ਸਿੱਖਿਆ ਗਰੀਬਾਂ ਦੀ ਤਰ੍ਹਾਂ ਦਿੱਤੀ ਜਾਂਦੀ ਆ, ਅਮੀਰਾਂ ਨੂੰ ਸਿੱਖਿਆ ਅਮੀਰਾਂ ਦੀ ਤਰ੍ਹਾਂ ਦਿੱਤੀ ਜਾਂਦੀ। ਇਹਦੇ ਵਿੱਚ ਵੀ ਡਿਫਰੈਂਸਿਸ ਨੇ। ਤਾਂ ਇਹ ਹੈਗੇ ਨੇ ਕਨਫਲਿਕਟ ਥਿਊਰੀ ਦੇ ਜਿਹੜੇ ਕਨਫਲਿਕਟ ਅਪਰੋਚ ਦੇ ਜਿਹੜੀਆਂ ਵਿਸ਼ੇਸ਼ਤਾਵਾਂ ਨੇ। ਅੱਗੇ ਇਸ ਥਿਊਰੀ ਦੀ ਅਸੀਂ ਇਵੈਲੂਏਸ਼ਨ ਕਰਾਂਗੇ। ਫੋਕਸਿਸ ਔਨ ਕੰਪੀਟੀਸ਼ਨ ਅਮੰਗ ਦਾ ਗਰੁੱਪਸ। ਤਾਂ ਇਹਦਾ ਪੂਰੇ ਦਾ ਪੂਰਾ ਫੋਕਸ ਆ ਜਿਹੜਾ ਉਹ ਦੋ ਗਰੁੱਪਸ ਵਿਚਕਾਰ ਕੰਪੀਟੀਸ਼ਨ ਆ। ਅਨਈਵਨ ਡਿਸਟ੍ਰੀਬਿਊਸ਼ਨ। ਹਰੇਕ ਚੀਜ਼ ਦੇ ਵਿੱਚ ਡਿਸਟ੍ਰੀਬਿਊਸ਼ਨ ਹੈ ਜਿਹੜਾ ਉਹ ਸਹੀ ਨਹੀਂ ਹੈਗਾ, ਅਨਈਵਨ ਆ। ਅਮੀਰਾਂ ਦੇ ਗਰੀਬਾਂ ਦੇ ਪਾੜੇ ਨੂੰ ਜਿਹੜਾ ਇਹ ਵਧਾਇਆ ਗਿਆ ਹੈ। ਫੋਕਸ ਔਨ ਨੈਗੇਟਿਵ ਇੰਟਰਐਕਸ਼ਨਸ। ਨੈਗੇਟਿਵ ਇੰਟਰੈਕਸ਼ਨਸ ਨੇ ਜਿਹੜੇ ਉਹਨਾਂ ਨੂੰ ਫੋਕਸ ਕੀਤਾ ਗਿਆ ਹੈ। ਮਤਭੇਦਾਂ ਨੂੰ ਫੋਕਸ ਕੀਤਾ ਗਿਆ ਹੈ। ਫਿਰ ਹੈ ਡਿਸਕ੍ਰਿਮੀਨੇਸ਼ਨ ਇਨ ਐਜੂਕੇਸ਼ਨਲ ਓਪਰਚੁਨਿਟੀਜ਼। ਜਿਹੜੀਆਂ ਸਿੱਖਿਆ ਦੀਆਂ ਮੌਕਿਆਂ ਦੀ ਪਹੁੰਚ ਆ, ਮੌਕੇ ਮਿਲਣੇ ਨੇ ਉਹਨਾਂ ਦੇ ਵਿੱਚ ਵੀ ਪੱਖਪਾਤ ਦੀ ਗੱਲ ਕੀਤੀ ਗਈ ਆ। ਫਿਰ ਹੈ ਡਿਵੈਲਪਮੈਂਟ ਆਫ ਇਨਇਕੁਐਲਿਟੀਜ਼। ਜਿਹੜੀ ਅਸਮਾਨਤਾ ਹੈ ਉਸ ਦਾ ਵਿਕਾਸ ਕਰਦੀ ਆ ਇਹ ਜਿਹੜੀ ਥਿਊਰੀ ਆ ਤੁਹਾਡੀ ਕਨਫਲਿਕਟ ਅਪਰੋਚ। ਐਂਡ 'ਤੇ ਅਸੀਂ ਇਹ ਕਹਾਂਗੇ ਦਿਸ ਅਪਰੋਚ of sociology of education holds those people who are poor and disadvantaged are victims of a societal confidence trick. They have been encouraged to believe that a major goal of schooling is to strengthen equality, while in reality schools reflect society's intention to maintain the previous unequal distribution of status, power. Education is a medium of social stratification used by people in power. ਤਾਂ ਕਨਫਲਿਕਟ ਦੇ ਵਿੱਚ ਜਿਹੜੀ ਐਜੂਕੇਸ਼ਨ ਉਹਨੂੰ ਸ਼ਾਮਿਲ ਨਹੀਂ ਕੀਤਾ ਜਾਣਾ ਚਾਹੀਦਾ। ਤਾਂ ਜਿਹੜੀ ਸਿੱਖਿਆ ਹੈ ਉਸ ਨੂੰ ਇਸ ਤੋਂ ਅਲੱਗ ਕੀਤਾ ਜਾਣਾ ਚਾਹੀਦਾ ਅਤੇ ਬੱਚਿਆਂ ਨੂੰ ਜਿਹੜਾ ਇਹ ਅੱਗੇ ਦੀ ਅੱਗੇ ਜਿਹੜੇ ਕਨਫਲਿਕਟਸ ਨੇ ਉਹਨਾਂ ਤੋਂ ਰੋਕਣਾ ਚਾਹੀਦਾ ਹੈ। ਮੌਕੇ ਨੇ ਜਿਹੜੇ ਉਹ ਸਿੱਖਿਆ ਦੇ ਬਰਾਬਰ ਦਿੱਤੇ ਜਾਣੇ ਚਾਹੀਦੇ ਨੇ। ਗਰੀਬਾਂ ਨੂੰ ਹਥਿਆਰ ਦੇ ਰੂਪ ਦੇ ਤੌਰ 'ਤੇ ਜਿਹੜੀ ਸਾਡੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਨਹੀਂ ਵਰਤਣਾ ਚਾਹੀਦਾ। ਤਾਂ ਅੱਜ ਇਹ ਅਪਰੋਚ ਕੀਤੀ ਆ ਅਸੀਂ। ਅਗਲੀ ਅਪਰੋਚ ਫਿਰ ਕਰਾਂਗੇ ਨੈਕਸਟ। ਓਕੇ, ਥੈਂਕਸ।